We must read the word of God in the book of Ephesians chapter 1. ਅਸੀਂ ਅਫਸੀਆਂ 1 ਅਧਿਆਇ ਨੂੰ ਪੜਾਂਗੇ Verses 18 to 20. ਉਸ ਦੀ 18 ਤੋਂ 20 ਆਇਤ ਨੂੰ ਦੇਖਾਂਗੇ To find out where Jesus is seated today. ਅਸੀਂ ਇਹ ਪਾਉਣ ਵਾਸਤੇ ਕਿ ਦੇਖੀਏ ਕਿ ਅੱਜ ਪ੍ਰਭੂ ਯਿਸੂ ਮਸੀਹ ਕਿੱਥੇ ਬੈਠਾ ਹੈ। Can you read it, brother? ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਨਣ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਭਾਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹਦੇ ਤੇਜਵਾਨ ਅਧਿਕਾਰ ਦਾ ਧਨ ਕੀ ਹੈ। So God's word tells me that ਇਸ ਲਈ ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸਦਾ ਹੈ Jesus Christ is seated ਯਿਸੂ ਮਸੀਹ ਅੱਜ ਬੈਠਾ ਹੈ far above every power and dominion. ਔਰ ਸਾਰੀਆਂ ਸ਼ਕਤੀਆਂ ਦੇ ਉੱਪਰ ਔਰ ਸਾਰੇ ਅਧਿਕਾਰਾਂ ਦੇ ਉੱਪਰ ਬੈਠਾ ਹੈ And might and principality. ਇੱਕ ਵੱਡੀ ਸਾਮਰਥੀ ਰੂਪ ਵਿੱਚ ਔਰ ਇੱਕ ਵੱਡੇ ਅਧਿਕਾਰ ਦੇ ਨਾਲ And every name that is named, ਔਰ ਹਰ ਇੱਕ ਨਾਂ ਜਿਹੜਾ ਰੱਖਿਆ ਜਾਂਦਾ ਹੈ not only in this world but in the age to come. ਔਰ ਜਿਹੜੇ ਨਾਂ ਹੁਣ ਤੱਕ ਰੱਖੇ ਗਏ ਹਨ ਇਸ ਸੰਸਾਰ ਦੇ ਵਿੱਚ ਔਰ ਜਿਹੜੇ ਆਉਣ ਵਾਲੇ ਨਾਂ ਹਨ So he is seated above everything. ਔਰ ਉਹ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਬੈਠਾ ਹੈ And everything is under his feet. ਔਰ ਹਰ ਇੱਕ ਚੀਜ਼ ਜਿਹੜੀ ਆ ਉਸ ਦੇ ਪੈਰਾਂ ਦੇ ਹੇਠ ਹੈ। How many of you agree with that? ਤੁਹਾਡੇ ਵਿੱਚੋਂ ਕਿੰਨੇ ਗੱਲ ਇਸ ਗੱਲ ਨਾਲ ਸਹਿਮਤ ਹਨ? Can you say hallelujah? ਹਾਲੇਲੂਇਆ। That Jesus Christ is seated far above all principality and power and might and dominion and name. ਔਰ ਜਿਹੜਾ ਪ੍ਰਭੂ ਯਿਸੂ ਮਸੀਹ ਹੈ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਔਰ ਸਾਰੇ ਅਧਿਕਾਰੀਆਂ ਉਹਨਾਂ ਸਭਨਾਂ ਦੇ ਉੱਪਰ ਬੈਠਾ ਹੈ। And so is there anything for Jesus Christ to fear? ਕੀ ਪ੍ਰਭੂ ਯਿਸੂ ਮਸੀਹ ਦੇ ਵਾਸਤੇ ਕੋਈ ਇਹੋ ਜਿਹੀ ਗੱਲ ਹੈ ਜਿਹਦੇ ਤੋਂ ਡਰੇ? Is there? ਕੀ ਕੋਈ ਗੱਲ ਹੈ? Is there anything that can come against Jesus Christ? ਕੀ ਕੋਈ ਗੱਲ ਹੈ ਜਿਹੜੀ ਪ੍ਰਭੂ ਯਿਸੂ ਮਸੀਹ ਦੇ ਵਿਰੋਧ ਖੜੀ ਹੋ ਸਕਦੀ ਹੈ? Nay. ਨਹੀਂ। Okay, now let us see. Where are we seated? ਹੁਣ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਬੈਠੇ ਹਾਂ। Where are you seated? ਤੁਸੀਂ ਕਿੱਥੇ ਬੈਠੇ ਹੋਏ ਹੋ? Let's go into the scripture in Ephesians 2:6. ਅਸੀਂ ਅਫਸੀਆਂ 2:6 ਦੇਖਾਂਗੇ। So we know that Jesus Christ is seated far above all principality, above everything. And now the word of God tells you and me that where we are seated, if you are in Christ, if you have the Spirit of the living God with you. ਔਰ ਅਸੀਂ ਦੇਖਿਆ ਕਿ ਪ੍ਰਭੂ ਯਿਸੂ ਮਸੀਹ ਕਿੱਥੇ ਬੈਠਾ ਹੈ। ਹੁਣ ਅਸੀਂ ਦੇਖਾਂਗੇ ਕਿ ਜਿਹੜੇ ਅਸੀਂ ਮਸੀਹ ਦੇ ਵਿੱਚ ਹਾਂ ਜਿਨ੍ਹਾਂ ਮਸੀਹ ਨੂੰ ਗ੍ਰਹਿਣ ਕੀਤਾ ਹੋਇਆ ਹੈ ਉਹ ਕਿਹੜੀ ਜਗ੍ਹਾ ਤੇ ਕਿਹੜੇ ਸਥਾਨ ਤੇ ਬੈਠੇ ਹਨ। Now listen carefully, my dear brother, my dear sister. ਜਿੰਨੇ ਵੀ ਹਨ ਕਿਰਪਾ ਕਰਕੇ ਪੂਰੇ ਧਿਆਨ ਦੇ ਨਾਲ ਸੁਣਨਾ। Where you are seated. ਤੁਸੀਂ ਕਿੱਥੇ ਬੈਠੇ ਹੋ? ਅਤੇ ਉਹਨੇ ਸਾਨੂੰ ਉਸ ਦੇ ਨਾਲ ਉਠਾਇਆ ਔਰ ਸਾਨੂੰ ਮਸੀਹ ਯਿਸੂ ਵਿੱਚ ਸੁਰਗੀ ਥਾਵਾਂ ਉੱਤੇ ਉਸ ਦੇ ਨਾਲ ਬਹਾਲਿਆ। ਹਾਲੇਲੂਇਆ। Hallelujah. Oh, hallelujah. ਹਾਲੇਲੂਇਆ। You are also seated with Jesus in the heavenlies, far above all principality and power and might and dominion and name that can be named. ਅਸੀਂ ਵੀ ਸਾਰੇ ਪ੍ਰਭੂ ਯਿਸੂ ਮਸੀਹ ਦੇ ਨਾਲ ਉਹਦੇ ਨਾਲ ਉਸ ਸਵਰਗ ਦੇ ਵਿੱਚ ਸਾਰੇ ਅਧਿਕਾਰਾਂ ਸਾਰੀਆਂ ਤਾਕਤਾਂ ਸਾਰੀਆਂ ਸ਼ਕਤੀਆਂ ਦੇ ਉੱਪਰ ਬੈਠੇ ਆ। So that is a power that God wants to give you and me. ਔਰ ਇਹ ਜਿਹੜੀ ਸ਼ਕਤੀ ਹੈ ਅੱਜ ਪਰਮੇਸ਼ਰ ਤੁਹਾਨੂੰ ਔਰ ਮੈਨੂੰ ਦੇਣਾ ਚਾਹੁੰਦਾ But ਹੈ। the condition is that ਪਰ ਉਸ ਦੇ ਵਾਸਤੇ ਸ਼ਰਤ ਇਹ ਹੈ you must live in Christ. ਤੁਹਾਨੂੰ ਮਸੀਹ ਦੇ ਵਿੱਚ ਹੋ ਕੇ ਜੀਣਾ ਹੋਵੇਗਾ। You must have the Spirit of God in you. ਤੁਹਾਨੂੰ ਪਰਮੇਸ਼ਰ ਦੇ ਆਤਮਾ ਨੂੰ ਆਪਣੇ ਜੀਵਨ ਵਿੱਚ ਲੈਣਾ ਹੋਵੇਗਾ। So how many of you want the Spirit of the living God? ਤੁਹਾਡੇ ਵਿੱਚੋਂ ਕਿੰਨੇ ਜਿੰਦਾ ਪਰਮੇਸ਼ਰ ਦੇ ਆਤਮਾ ਨੂੰ ਚਾਹੁੰਦੇ ਹਨ? Can you raise your hands? ਕੀ ਆਪਣੇ ਹੱਥ ਖੜਾ ਕਰ ਸਕਦੇ ਹੋ? Hallelujah. Just wait. Just wait. There's going to be a mighty anointing of God today here. And everyone is going to be kindled on fire for the Holy Spirit. ਔਰ ਜਿੰਨੇ ਇੱਥੇ ਬੈਠੇ ਹਨ ਤੁਹਾਨੂੰ ਚਾਹੀਦਾ ਇੰਤਜ਼ਾਰ ਕਰੋ ਕੁਝ ਸਮੇਂ ਵਾਸਤੇ ਇੰਤਜ਼ਾਰ ਕਰੋ ਕਿਉਂਕਿ ਪਰਮੇਸ਼ਰ ਦਾ ਆਤਮਾ ਅੱਜ ਹਰ ਇੱਕ ਦੇ ਉੱਤੇ ਮਸਾ ਕਰਨ ਜਾ ਰਿਹਾ ਹੈ ਔਰ ਪਰਮੇਸ਼ਰ ਦਾ ਆਤਮਾ ਤੁਹਾਨੂੰ ਸਾਰਿਆਂ ਨੂੰ ਆਪਣੀ ਭਰਪੂਰ ਸ਼ਕਤੀ ਦੇਣ ਜਾ ਰਿਹਾ ਹੈ। So it is God's desire ਇਸ ਲਈ ਇਹ ਪਰਮੇਸ਼ਰ ਦੀ ਇੱਛਾ ਹੈ that all his children ਕਿ ਉਸਦੇ ਸਾਰੇ ਬੱਚੇ must be filled with the Holy Spirit. ਸਾਰੇ ਆਤਮਾ ਦੇ ਨਾਲ ਭਰੇ ਹੋਣੇ ਚਾਹੀਦੇ ਹਨ। It is not like a bottle where there is 1 or 2 drops. ਇਹ ਕੁਝ ਇਦਾਂ ਨਹੀਂ ਹੈ ਕਿ ਬੋਤਲ ਦੇ ਵਿੱਚੋਂ ਲੈ ਕੇ 1-2 ਬੂੰਦਾਂ ਪਾ It ਕੇ must be filled to overflowing. ਔਰ ਤੁਸੀਂ ਕੁਝ ਇਦਾਂ ਭਰੇ ਹੋਣੇ ਚਾਹੀਦੇ ਹੋ ਕਿ ਉੱਤੋਂ ਦੀ ਵਗ ਰਹੇ ਹੋ। How many of you want the overflowing of the Spirit? ਤੁਹਾਡੇ ਵਿੱਚੋਂ ਕਿੰਨੇ ਚਾਹੁੰਦੇ ਹਨ ਕਿ ਤੁਸੀਂ ਪਵਿੱਤਰ ਆਤਮਾ ਦੇ ਵਿੱਚ ਉੱਪਰ ਦੀ ਹੋ ਕੇ ਉਛਲ ਕੇ ਨਿਕਲ ਰਹੇ ਹੋ? Hallelujah. Hallelujah. Let's read the word of God in the book of Ephesians chapter 5 verse 18. ਅਸੀਂ ਇਫਸੀਆਂ 5 ਦੀ 18 ਦੇਖਾਂਗੇ।
ਅਤੇ ਮੈਂ ਨਾਲ ਮਸਤ ਨਾ ਹੋਵੋ ਜਿਹਦੇ ਵਿੱਚ ਲੁਚਪੁਣਾ ਹੁੰਦਾ ਹੈ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ। So God is telling you not to be filled with sharab, but to be filled with the Holy Spirit. ਇੱਥੇ ਪਰਮੇਸ਼ਰ ਸਾਨੂੰ ਕਹਿ ਰਿਹਾ ਹੈ ਕਿ ਸ਼ਰਾਬ ਦੇ ਨਾਲ ਨਾ ਆਪਣੇ ਆਪ ਨੂੰ ਭਰਪੂਰ ਕਰੋ, ਬਲਕਿ ਪਰਮੇਸ਼ਰ ਦੇ ਆਤਮਾ ਦੇ ਨਾਲ ਆਪਣੇ ਆਪ ਨੂੰ ਭਰਪੂਰ How ਕਰੋ। many of you want to be filled with sharab? ਤੁਹਾਡੇ ਵਿੱਚੋਂ ਕਿੰਨੇ ਚਾਹੁੰਦੇ Put up your ਸ਼ਰਾਬ ਦੇ hands. ਨਾਲ ਆਪਣੇ ਆਪ ਨੂੰ ਭਰਪੂਰ ਕਰ ਲੈਣ? Hallelujah. Oh, no, no, she didn't understand it. I know. She didn't understand it. ਉਹ ਉਹਨਾਂ ਨੂੰ ਸਮਝ ਨਹੀਂ ਆਈ। We all want to be filled with the Holy Spirit ਅਸੀਂ ਸਾਰੇ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋਣਾ ਚਾਹੁੰਦੇ ਆ, because that is God's gift for you and me. ਕਿਉਂਕਿ ਇਹ ਪਰਮੇਸ਼ਰ ਦਾ ਵਰਦਾਨ ਤੁਹਾਡੇ ਔਰ ਮੇਰੇ ਵਾਸਤੇ ਹੈ। It is my desire that none of you will go out of this hall without receiving that gift. ਮੇਰੀ ਇਹ ਇੱਛਾ ਹੈ ਕਿ ਤੁਹਾਡੇ ਵਿੱਚੋਂ ਕੋਈ ਵੀ ਇੱਕ ਜਨ ਇਸ ਜਗ੍ਹਾ ਤੋਂ ਪਰਮੇਸ਼ਰ ਦੇ ਆਤਮਾ ਨੂੰ ਪਾਏ ਬਿਨਾ ਜਾਏ। Let's read the book of Corinthians, 2 Corinthians chapter 9 verse 15. ਦੂਸਰਾ ਕਰੰਥੀਆਂ ਉਸਦਾ 9 ਉਹਦੀ 15 ਦੇਖਾਂਗੇ। ਧੰਨਵਾਦ ਹੈ ਪਰਮੇਸ਼ਰ ਦਾ ਉਹਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ। So he says what? Thanks be to God for his indescribable gift. ਔਰ ਉੱਥੇ ਲਿਖਿਆ ਗਿਆ ਹੈ ਕਿ ਉਸ ਪਰਮੇਸ਼ਰ ਦਾ ਧੰਨਵਾਦ ਹੋਵੇ, ਉਸ ਦੇ ਉਸ ਵਰਦਾਨ ਦਾ ਜਿਸ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। You cannot place a definite value on that gift. ਔਰ ਉਸ ਵਰਦਾਨ ਦੀ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਮੁੱਲ ਨਹੀਂ ਠਹਿਰਾ ਸਕਦੇ। It is beyond our understanding. ਇਹ ਸਾਡੀ ਸਮਝ ਤੋਂ ਪਰੇ ਹੈ। It is priceless. ਇਹ ਇਸ ਦਾ ਕੋਈ ਮੁੱਲ ਨਹੀਂ ਹੈ। It is precious. ਇਹ ਬਹੁਮੁੱਲੀ ਹੈ। Why is it priceless and precious? ਕਿਉਂ ਇਹ ਬਹੁਮੁੱਲੀ ਹੈ ਔਰ ਇਸ ਦਾ ਕੋਈ ਮੁੱਲ ਹੀ ਨਹੀਂ ਹੈ? Can you tell me why? ਕੀ ਤੁਸੀਂ ਦੱਸ ਸਕਦੇ ਹੋ ਕਿਉਂ? ਕੋਈ ਦੱਸ ਸਕਦੇ ਕਿਉਂ? Because ਕਿਉਂਕਿ when I have the Holy Spirit, ਜਦੋਂ ਸਾਡੇ ਜੀਵਨ ਵਿੱਚ ਆਤਮਾ ਹੁੰਦਾ ਹੈ, like we read earlier in 1 Corinthians 2:9, ਅਸੀਂ ਪਹਿਲਾ ਕੁਰਿੰਥੀਆਂ 2:9 ਵਿੱਚ ਦੇਖਿਆ, I become the inheritor ਮੈਂ ਉਸ ਵਿਰਾਸਤ ਨੂੰ ਪਾਉਣ ਵਾਲਾ ਬਣ ਜਾਂਦਾ ਹਾਂ or the owner ਔਰ ਉਸ ਦਾ ਮਾਲਕ ਬਣ ਜਾਂਦਾ ਹਾਂ of the things that ਉਹਨਾਂ ਵਸਤੂਆਂ ਦਾ the eye has not seen, ਔਰ ਜਿਨ੍ਹਾਂ ਨੂੰ ਕਿਸੇ ਅੱਖਾਂ ਨੇ ਨਹੀਂ the ਦੇਖਿਆ, ear has not heard, ਕਿਸੇ ਕੰਨ ਨੇ ਨਹੀਂ ਸੁਣਿਆ nor has a human heart perceived ਔਰ ਕਿਸੇ ਮਨੁੱਖ ਦੇ ਦਿਲ ਨੇ ਉਸ ਨੂੰ ਸਮਝਿਆ ਨਹੀਂ। what God has kept in store for those who love him. ਔਰ ਉਹ ਵਸਤੂ ਜਿਹੜੀ ਪਰਮੇਸ਼ਰ ਨੇ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਹਨ ਉਹਨੂੰ ਆਪਣੇ ਕੋਲ ਰੱਖਿਆ ਹੈ। And he releases that love ਔਰ ਉਸ ਪ੍ਰੇਮ ਨੂੰ ਉਹ ਸਾਡੇ ਵਾਸਤੇ ਦੇ ਦਿੰਦਾ by ਹੈ giving us his Holy Spirit. ਆਪਣੇ ਪਵਿੱਤਰ ਆਤਮਾ ਨੂੰ ਦੇ ਕੇ। Are you with me? ਕੀ ਤੁਸੀਂ ਮੇਰੇ ਨਾਲ ਹੋ? Say hallelujah. ਹਾਲੇਲੂਇਆ। My dear brother, my dear sister, we are the luckiest people on this earth. ਮੇਰੇ ਪ੍ਰਿय ਭਾਈ ਔਰ ਭੈਣੋ, ਅਸੀਂ ਜਿੰਨੇ ਵੀ ਇੱਥੇ ਬੈਠੇ ਹੋਏ ਹਾਂ, ਅਸੀਂ ਉਸ ਦੇ ਲੋਕ ਜਿਹੜੇ ਆ, ਅਸੀਂ ਸਭ ਤੋਂ ਸੰਸਾਰ ਦੇ ਸਭ ਤੋਂ ਖੁਸ਼ਕਿਸਮਤ ਲੋਕ ਹਾਂ। We are also the richest people on this earth. ਅਸੀਂ ਸੰਸਾਰ ਦੇ ਸਭ ਤੋਂ ਅਮੀਰ ਲੋਕ ਹਾਂ। Because the word of God says, what does it profit a man if he gains the whole world but suffers the loss of his own soul? ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਉਸ ਇਨਸਾਨ ਨੂੰ ਕੀ ਫਾਇਦਾ ਜੋ ਸਾਰੇ ਸੰਸਾਰ ਨੂੰ ਜਿੱਤ ਲੇ ਪਰ ਆਪਣੀ ਰੂਹ ਨੂੰ ਨਾ ਬਚਾ ਸਕੇ। So if you have the Holy Spirit with you, you are richer than the person who owns the whole world. ਔਰ ਜੇ ਤੁਹਾਡੇ ਜੀਵਨ ਦੇ ਵਿੱਚ ਪਵਿੱਤਰ ਆਤਮਾ ਹੈ ਤੇ ਤੁਸੀਂ ਉਸ ਬੰਦੇ ਨਾਲੋਂ ਜ਼ਿਆਦਾ ਅਮੀਰ ਹੋ ਜਿਹੜਾ ਭਾਵੇਂ ਇਸ ਸੰਸਾਰ ਪੂਰੇ ਸੰਸਾਰ ਦਾ ਮਾਲਕ ਹੈ। Are you with me? ਕੀ ਤੁਸੀਂ ਮੇਰੇ ਨਾਲ ਹੋ? Can you say hallelujah? Hallelujah. We are all richer than the Ambanis and the Tatas and the Ruiyas and all that. ਅਸੀਂ ਸਾਰੇ ਅੰਬਾਨੀ ਔਰ ਜਿਹੜੇ ਟਾਟਾ ਜਿਹੜੇ ਵੱਡੇ ਬਿਜ਼ਨਸਮੈਨ ਹਨ ਉਹਨਾਂ ਨਾਲੋਂ ਕਿਤੇ ਅਮੀਰ ਹਾਂ। Because when the Ambanis and the Tatas die, they leave everything here. ਕਿਉਂਕਿ ਜਦੋਂ ਟਾਟਾ ਔਰ ਅੰਬਾਨੀ ਜਦੋਂ ਇਸ ਸੰਸਾਰ ਵਿੱਚੋਂ ਮਰ ਜਾਣਗੇ ਤੇ ਉਹਨਾਂ ਦੀਆਂ ਸਾਰੀਆਂ ਵਸਤੂਆਂ ਉੱਥੇ ਰਹਿ ਜਾਣਗੀਆਂ। But when you and I die, we go to that house that God has prepared for us. ਔਰ ਪਰ ਜਦੋਂ ਤੁਸੀਂ ਔਰ ਅਸੀਂ ਇਸ ਸੰਸਾਰ ਵਿੱਚੋਂ ਮਰ ਜਾਵਾਂਗੇ ਤੇ ਅਸੀਂ ਉਸ ਸਥਾਨ ਦੇ ਉੱਤੇ ਜਾਵਾਂਗੇ ਜਿਹੜਾ ਪਰਮੇਸ਼ਰ ਨੇ And ਸਾਡੇ it is ਲਈ not ਤਿਆਰ going to ਕੀਤਾ। be a small hut, it is going to be a palace. ਔਰ ਇਹ ਕੋਈ ਛੋਟੀ ਜੀ ਝੌਂਪੜੀ ਨਹੀਂ ਹੈ ਬਲਕਿ ਇੱਕ ਵੱਡਾ ਮਹਿਲ ਹੈ। And when God prepares something for us, it is going to be excellent. ਔਰ ਜਦੋਂ ਪਰਮੇਸ਼ਰ ਸਾਡੇ ਵਾਸਤੇ ਕੁਝ ਤਿਆਰ ਕਰਦਾ ਹੈ ਤਾਂ ਉਹ ਸਭ ਤੋਂ ਉੱਤਮ ਚੀਜ਼ ਹੁੰਦੀ ਹੈ। Because he prepares it for you and me, because he loves you and me. ਔਰ ਉਸਨੇ ਇਹ ਸਭ ਸਾਡੇ ਵਾਸਤੇ ਇਸ ਲਈ ਤਿਆਰ ਕੀਤਾ ਕਿਉਂਕਿ ਉਹ ਸਾਡੇ